हाँ जी संगत जी, वाहिगुरु जी का खालसा वाहिगुरु जी की फतेह। लड़ी ਨੂੰ ਜੋੜਨ ਵਾਸਤੇ ਸਾਡੀ ਪਿਛਲੀ ਵੀਡੀਓ ਜ਼ਰੂਰ ਸੁਣਿਓ ਸੰਗਤ ਜੀ। ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਸ ਇੱਕ ਹਲਵਾਈ ਲਾਲ ਚੰਦ ਖੜਾ ਹੋ ਕੇ ਯੁੱਧ ਵੇਖ ਰਿਹਾ ਸੀ। ਉਸਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਭਾਵੇਂ ਮੈਂ ਕਦੇ ਕੋਈ ਸ਼ਸਤਰ ਹੱਥ ਵਿੱਚ ਨਹੀਂ ਫੜਿਆ, ਪਰ ਫੇਰ ਵੀ ਮੇਰਾ ਜੀ ਕਰਦਾ ਹੈ ਕਿ ਮੈਂ ਦੁਸ਼ਮਣਾਂ ਨੂੰ ਮਾਰ ਕੇ ਨਾਸ਼ ਕਰਾਂ। ਮੈਨੂੰ ਆਗਿਆ ਦਿਓ। ਮੈਨੂੰ ਇੱਕ ਘੋੜਾ ਚੜ੍ਹਨ ਵਾਸਤੇ, ਇੱਕ ਤਲਵਾਰ ਤੇ ਢਾਲ ਲੜਨ ਵਾਸਤੇ ਬਖਸ਼ੋ। ਸਤਿਗੁਰੂ ਜੀ ਨੇ ਉਸ ਦੀ ਗੱਲ ਸੁਣ ਕੇ ਬੜੀ ਪ੍ਰਸੰਨਤਾ ਨਾਲ ਇੱਕ ਕੁਮੈਤ ਘੋੜਾ ਅਤੇ ਇੱਕ ਚੰਗੀ ਢਾਲ ਤਲਵਾਰ ਦੇ ਦਿੱਤੀ। ਫਿਰ ਉਸਨੇ ਬੇਨਤੀ ਕੀਤੀ, ਗੁਰੂ ਜੀਓ, ਮੈਨੂੰ ਸਮਝਾ ਦਿਓ ਕਿ ਢਾਲ ਕਿਹੜੇ ਹੱਥ ਫੜਨੀ ਹੈ ਅਤੇ ਤਲਵਾਰ ਦੁਸ਼ਮਣ ਉੱਤੇ ਕਿਸ ਹੱਥ ਨਾਲ ਚਲਾਉਣੀ ਹੈ। ਸਤਿਗੁਰੂ ਜੀ ਨੇ ਸਮਝਾਇਆ ਕਿ ਖੱਬੇ ਹੱਥ 'ਚ ਢਾਲ ਫੜੋ ਅਤੇ ਸੱਜੇ ਹੱਥ 'ਚ ਤਲਵਾਰ, ਅਤੇ ਫਿਰ ਘੋੜੇ ਨੂੰ ਭਜਾ ਕੇ ਦੁਸ਼ਮਣ ਦੇ ਸਾਹਮਣੇ ਜਾ ਕੇ ਉਸ ਉੱਤੇ ਜ਼ੋਰ ਨਾਲ ਤਲਵਾਰ ਦਾ ਵਾਰ ਕਰਨਾ, ਅਤੇ ਜੋ ਉਹ ਵਾਰ ਕਰੇ ਤਾਂ ਅੱਗੇ ਢਾਲ ਕਰਕੇ ਉਸ ਨੂੰ ਰੋਕ ਲੈਣਾ। ਲਾਲ ਚੰਦ ਨੇ ਆਗਿਆ ਪਾ ਕੇ ਇਸੇ ਤਰ੍ਹਾਂ ਹੀ ਕੀਤਾ ਅਤੇ ਇੱਕ ਮੀਰ ਖਾਂ ਪਠਾਨ ਉੱਤੇ ਜਾ ਕੇ ਹਮਲਾ ਕੀਤਾ। ਇਹ ਵੇਖ ਕੇ ਭੀਖਣ ਖਾਂ ਨੇ ਮੀਰ ਖਾਂ ਨੂੰ ਲਲਕਾਰ ਕੇ ਆਖਿਆ, ਮਾਰੋ ਇਸ ਖੱਤਰੀ ਨੂੰ, ਇਹ ਤਕੜੀ ਤੋਲਦਾ ਤੋਲਦਾ ਮਰਨ ਆਇਆ ਹੈ। ਜਦ ਮੀਰ ਖਾਂ ਨੇ ਵਾਰ ਕੀਤਾ ਤਾਂ ਹਲਵਾਈ ਲਾਲ ਚੰਦ ਨੇ ਉਹ ਆਪਣੀ ਢਾਲ ਉੱਤੇ ਰੋਕ ਲਿਆ ਅਤੇ ਫਿਰ ਆਪਣੀ ਤਲਵਾਰ ਨਾਲ ਐਸਾ ਜ਼ੋਰਦਾਰ ਵਾਰ ਕੀਤਾ ਕਿ ਮੀਰ ਖਾਂ ਦਾ ਸਿਰ ਧੜ ਤੋਂ ਥੱਲੇ ਸੁੱਟ ਦਿੱਤਾ। ਇਹ ਕੌਤਕ ਵੇਖ ਕੇ ਭੀਖਣ ਖਾਂ ਅਤੇ ਨਜ਼ਾਬਤ ਖਾਂ ਨੇ ਪਠਾਣਾਂ ਨੂੰ ਫਟਕਾਰ ਪਾਈ ਕਿ ਖੱਤਰੀਆਂ ਕੋਲੋਂ ਅਜਾਈ ਜਾਨ ਗਵਾ ਰਹੇ ਹੋ, ਕਿਉਂ ਨਹੀਂ ਤਕੜੇ ਹੋ ਕੇ ਲੜਦੇ। ਇਸ ਉਪਰੰਤ ਸਲਾਹ ਕਰਕੇ ਹਰੀ ਚੰਦ ਤੇ ਮਦਕਾਰ ਸ਼ਾਹ ਆਦਿਕ ਸਾਰੇ ਯੋਧੇ ਇਕੱਠੇ ਹੋ ਕੇ ਗੁਰੂ ਜੀ ਦੇ ਦਲ ਉੱਤੇ ਆਣ ਪਏ। ਇਹਨਾਂ ਦਾ ਟਾਕਰਾ ਕਰਨ ਵਾਸਤੇ ਅੱਗੋਂ ਨੰਦ ਚੰਦ, ਸਾਹਿਬ ਚੰਦ, ਦਇਆ ਰਾਮ, ਸੰਗੋ ਸ਼ਾਹ, ਜੀਤ ਮੱਲ, ਗੋਪਾਲ ਚੰਦ, ਸਾਧ ਕਿਰਪਾਲ ਦਾਸ, ਗੰਗਾ ਰਾਮ ਅਤੇ ਮਾਰੀ ਚੰਦ ਆਪਣੇ ਦਲ ਨੂੰ ਲੈ ਕੇ ਵੈਰੀ ਉੱਤੇ ਸ਼ਸਤਰਾਂ ਦੇ ਵਾਰ ਕਰਨ ਲੱਗੇ। ਮਾਮਾ ਕਿਰਪਾਲ ਚੰਦ ਨੇ ਕਈ ਵੈਰੀਆਂ ਨੂੰ ਧਰਤੀ ਉੱਤੇ ਲਟਾ ਦਿੱਤਾ। ਜੀਤ ਮੱਲ ਰਾਜਾ ਹਰੀ ਚੰਦ ਨਾਲ ਜੁਟ ਪਿਆ ਤੇ ਸੰਗੋ ਸ਼ਾਹ ਨਜ਼ਾਬਤ ਖਾਨ ਨਾਲ ਜੁਟ ਕੇ ਆਪੋ ਆਪਣੇ ਸ਼ਸਤਰਾਂ ਦੇ ਜੋਹਰ ਵਿਖਾਉਣ ਲੱਗੇ। ਜੀਤ ਮੱਲ ਨੇ ਹਰੀ ਚੰਦ ਨੂੰ ਇੱਕ ਬੜਾ ਜ਼ੋਰ ਦਾ ਤੀਰ ਮਾਰਿਆ, ਜਿਸ ਨੂੰ ਹਰੀ ਚੰਦ ਨੇ ਟਾਲ ਦਿੱਤਾ। ਜੀਤ ਮੱਲ ਨੇ ਫਿਰ ਲਲਕਾਰਾ ਮਾਰ ਕੇ ਹਰੀ ਚੰਦ ਉੱਤੇ ਇੱਕ ਹੋਰ ਤੀਰ ਚਲਾਇਆ। ਉਧਰੋਂ ਹਰੀ ਚੰਦ ਨੇ ਵੀ ਕ੍ਰੋਧ ਵਿੱਚ ਆਣ ਕੇ ਜੀਤ ਮੱਲ ਨੂੰ ਨਿਸ਼ਾਨਾ ਕਰਕੇ ਤੀਰ ਮਾਰਿਆ। ਇਸ ਤਰ੍ਹਾਂ ਦੋਹਾਂ ਦੇ ਇੱਕੋ ਵਾਰ ਹੀ ਛੱਡੇ ਹੋਏ ਤੀਰ ਦੋਹਾਂ ਦੇ ਘੋੜਿਆਂ ਦੇ ਮੱਥੇ ਵਿੱਚ ਲੱਗੇ ਅਤੇ ਘੋੜੇ ਧਰਤੀ ਉੱਤੇ ਡਿੱਗ ਪਏ। ਫਿਰ ਦੋਵੇਂ ਯੋਧੇ ਆਮੋ ਸਾਹਮਣੇ ਖੜੇ ਹੋ ਕੇ ਇੱਕ ਦੂਜੇ ਤੇ ਵਾਰ ਕਰਨ ਲੱਗੇ। ਹਰੀ ਚੰਦ ਨੇ ਜੀਤ ਮੱਲ ਦੀ ਛਾਤੀ ਵਿੱਚ ਵਰਸ਼ਾ ਖਿੱਚ ਕੇ ਮਾਰਿਆ, ਜਿਸ ਨਾਲ ਉਹ ਧਰਤੀ ਉੱਤੇ ਡਿੱਗ ਕੇ ਪਰਲੋਕ ਸਿਧਾਰ ਗਿਆ। ਜਦ ਜੀਤ ਮੱਲ ਨੂੰ ਹਰੀ ਚੰਦ ਨੇ ਛਾਤੀ ਵਿੱਚ ਖਿੱਚ ਕੇ ਵਰਸ਼ਾ ਮਾਰਿਆ ਤੇ ਉਸ ਨੂੰ ਥਾਂ ਹੀ ਰੱਖਿਆ, ਉਧਰੋਂ ਜੀਤ ਦਾ ਛੱਡਿਆ ਹੋਇਆ ਤੀਰ ਹਰੀ ਚੰਦ ਦੀ ਛਾਤੀ ਨੂੰ ਚੀਰ ਕੇ ਲੰਘ ਗਿਆ ਅਤੇ ਹਰੀ ਚੰਦ ਮੁਰਸ਼ਾ ਖਾ ਕੇ ਡਿੱਗ ਪਿਆ। ਦੋਹਾਂ ਜ਼ਖਮੀ ਯੋਧਿਆਂ ਨੂੰ ਦੋਵੇਂ ਆਪੋ ਆਪਣੇ ਪਾਸ ਦੇ ਯੋਧੇ ਚੁੱਕ ਕੇ ਲੈ ਗਏ। ਇੱਧਰ ਜੀਤ ਮੱਲ ਗੁਰਪੁਰੀ ਸਿਧਾਰ ਗਿਆ ਤੇ ਉਧਰ ਹਰੀ ਚੰਦ ਅਜੇ ਮੁਰਸ਼ਾ ਹੀ ਪਿਆ ਸੀ। ਉਸ ਦੀ ਸੇਵਾ ਸੰਭਾਲ ਤੇ ਅਫਸੋਸ ਵਿੱਚ ਫਤਿਹ ਸ਼ਾਹ ਆਦਿਕ ਇਕੱਠੇ ਹੋਏ ਖੜੇ ਸਨ ਕਿ ਗੁਰੂ ਜੀ ਨੇ ਆਪਣੇ ਤੋਪਚੀ ਰਾਮ ਸਿੰਘ ਨੂੰ ਹੁਕਮ ਕਰਕੇ ਇਸ ਇਕੱਠ ਵਿੱਚ ਇੱਕ ਵੱਡਾ ਗੋਲਾ ਮਰਵਾਇਆ, ਜਿਸ ਨਾਲ 3-4 ਆਦਮੀ ਮਾਰੇ ਗਏ ਅਤੇ ਬਾਕੀ ਦੇ ਇੱਧਰ ਉੱਧਰ ਭੱਜ ਗਏ। ਫਤਿਹ ਸ਼ਾਹ ਨੇ ਜਦ ਵੇਖਿਆ ਕਿ ਹਰੀ ਚੰਦ ਇੱਕ ਵੱਡਾ ਯੋਧਾ ਸੀ ਜੋ ਮੁਰਸ਼ਾ ਹੋਇਆ ਪਿਆ ਹੈ ਅਤੇ ਹੋਰ ਬਹੁਤ ਸਾਰੇ ਮਾਰੇ ਗਏ ਹਨ, ਤਾਂ ਉਹ ਮਨ ਵਿੱਚ ਬੜਾ ਡਰਿਆ ਅਤੇ ਆਪਣੇ ਘੋੜੇ ਨੂੰ ਭਜਾ ਕੇ ਲੈ ਗਿਆ। ਜਿਸ ਨੂੰ ਵੇਖ ਕੇ ਹੋਰ ਰਾਜੇ ਵੀ, ਜੈਸਾ ਕਿ ਜਸਵਾਲੀਆ, ਡਡਵਾਲੀਆ, ਮਦਕਰ ਸ਼ਾਹ ਆਦਿਕ ਸਭ ਰਣਭੂਮੀ ਤੋਂ ਭੱਜ ਕੇ ਦੂਰ, ਜਿੱਥੇ ਗੋਲੀ ਜਾਂ ਤੀਰ ਨਾ ਪਹੁੰਚ ਸਕੇ, ਉੱਥੇ ਜਾ ਕੇ ਖੜੇ ਹੋਏ। ਪਹਾੜੀ ਰਾਜਾ ਘੋੜੇ ਨੂੰ ਦੜਾ ਕੇ ਭੱਜ ਗਿਆ ਤੇ ਕਿਸੇ ਯੋਧੇ ਨੇ ਉਸ ਉੱਤੇ ਪਿੱਛੋਂ ਬਾਣ ਨਾ ਚਲਾਇਆ। ਰਾਜਾ ਜਸਵਾਲ, ਕੇਸਰੀ ਚੰਦ ਅਤੇ ਡਡਵਾਲ ਦਾ ਮਧੁਕਰ ਸ਼ਾਹ ਵੀ ਸਾਰੀ ਸੈਨਾ ਨੂੰ ਨਾਲ ਲੈ ਕੇ ਭੱਜ ਗਿਆ। ਜਦ ਚੰਦੇਲੀਏ ਯੋਧੇ ਗਾਜੀ ਚੰਦ ਨੇ ਵੇਖਿਆ ਕਿ ਫਤਿਹ ਸ਼ਾਹ, ਕੇਸਰੀ ਚੰਦ, ਜਸਵਾਲੀਆ ਅਤੇ ਮਧੁਕਰ ਸ਼ਾਹ ਡਡਵਾਲੀਆ ਭੱਜ ਗਏ ਹਨ, ਤਾਂ ਉਹ ਬੜੇ ਹੌਸਲੇ ਨਾਲ ਹੱਥ ਵਿੱਚ ਵਰਸ਼ਾ ਫੜ ਕੇ ਅੱਗੇ ਆਇਆ। ਉਸਨੇ ਇੱਕ ਦੋ ਨੂੰ ਮਾਰਿਆ ਅਤੇ ਡਟ ਕੇ ਖੜਾ ਹੋ ਗਿਆ। ਉਧਰ ਜਦ ਨੰਦ ਚੰਦ, ਗੰਗਾ ਰਾਮ ਅਤੇ ਗੁਲਾਬ ਚੰਦ ਨੇ ਵੇਖਿਆ ਕਿ ਚੰਦੇਲੀਆ ਹੱਥ ਵਿੱਚ ਵਰਸ਼ਾ ਲੈ ਕੇ ਵੰਗਾਰ ਰਿਹਾ ਹੈ, ਤਾਂ ਉਹਨਾਂ ਨੇ ਅੱਗੇ ਹੋ ਕੇ ਤਲਵਾਰਾਂ ਨਾਲ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ।
ਕਈ ਆਦਮੀਆਂ ਸਹਿਤ ਚੰਦੇਲੀਏ ਨੂੰ ਮਰਿਆ ਦੇਖ ਕੇ ਪਠਾਨ ਧਾਵਾ ਕਰਕੇ ਗੁਰੂ ਜੀ ਦੇ ਯੋਧਿਆਂ ਉੱਤੇ ਆਣ ਪਏ। ਨਿਜ਼ਾਬਤ ਖਾਂ ਤੇ ਸੰਗੋ ਸ਼ਾਹ ਦੋਵੇਂ ਸੂਰਮੇ ਆਮੋ ਸਾਹਮਣੇ ਹੋ ਗਏ। ਦੋਵੇਂ ਹੀ ਆਪਣੇ ਆਪ ਨੂੰ ਵੱਡੇ ਯੋਧੇ ਮੰਨਦੇ ਸਨ, ਇਸ ਕਰਕੇ ਪਿੱਛੇ ਪੈਰ ਕੋਈ ਨਹੀਂ ਸੀ ਕਰਦਾ। ਇਸ ਤਰ੍ਹਾਂ ਦੋਵੇਂ ਹੀ ਡਟ ਕੇ ਢਾਲ ਤਲਵਾਰ ਨਾਲ ਯੁੱਧ ਕਰਕੇ ਇੱਕ ਦੂਜੇ ਦੇ ਵਾਰਾਂ ਨਾਲ ਸ਼ਹੀਦ ਹੋ ਗਏ। ਸੰਗੋ ਸ਼ਾਹ ਨੂੰ ਸ਼ਹੀਦ ਹੋਇਆਂ ਵੇਖ ਕੇ ਸਤਿਗੁਰੂ ਜੀ ਨੇ ਬੜੇ ਕ੍ਰੋਧ ਨਾਲ ਆਪ ਅੱਗੇ ਹੋ ਕੇ ਇੱਕ ਜ਼ੋਰ ਦਾ ਤੀਰ ਮਾਰ ਕੇ ਇੱਕ ਪਠਾਨ ਨੂੰ ਧਰਤੀ ਉੱਤੇ ਸੁੱਟ ਦਿੱਤਾ ਅਤੇ ਉਹ ਵਿਚਾਰਾ ਮੁੜ ਉੱਠਿਆ ਹੀ ਨਾ। ਦੂਸਰਾ ਬਾਣ ਇੱਕ ਹੋਰ ਪਠਾਨ ਦੇ ਕੰਨ ਨੂੰ ਜਾ ਲੱਗਾ। ਤੀਸਰਾ ਤੀਰ ਸਤਿਗੁਰੂ ਜੀ ਨੇ ਨਮਕ ਹਰਾਮ ਭੀਖਣ ਖਾਂ ਪਠਾਨਾਂ ਦੇ ਸਰਦਾਰ ਨੂੰ ਮਾਰਿਆ, ਜਿਸ ਨਾਲ ਭੀਖਣ ਖਾਂ ਦਾ ਘੋੜਾ ਮਰ ਗਿਆ ਤੇ ਉਹ ਆਪ ਬਚ ਕੇ ਭੱਜ ਗਿਆ। ਸਰਦਾਰ ਨੂੰ ਭੱਜਾ ਜਾਂਦਾ ਦੇਖ ਕੇ ਸਾਰੇ ਪਠਾਨ ਭੱਜ ਗਏ। ਨੰਦ ਚੰਦ ਅਤੇ ਦਇਆ ਰਾਮ ਨੇ ਸਤਿਗੁਰੂ ਜੀ ਨੂੰ ਕ੍ਰੋਧਵਾਨ ਵੇਖਿਆ ਤਾਂ ਉਹਨਾਂ ਨੇ ਹੱਲਾ ਕਰਕੇ ਭੱਜੇ ਜਾਂਦੇ ਬਹੁਤ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਜਾ ਹਰੀ ਚੰਦ ਹੰਡੂਰੀਆ, ਜਿਸ ਨੂੰ ਜੀਤ ਮੱਲ ਨੇ ਜ਼ਖਮੀ ਕੀਤਾ ਸੀ, ਉਹ ਵੀ ਹੁਣ ਹੋਸ਼ ਵਿੱਚ ਆ ਚੁੱਕਾ ਸੀ। ਉਸਨੇ ਜਦ ਦੇਖਿਆ ਕਿ ਪਠਾਨ ਭੱਜੇ ਜਾ ਰਹੇ ਹਨ ਅਤੇ ਗੁਰੂ ਜੀ ਦਾ ਦਲ ਫਤਿਹ ਪ੍ਰਾਪਤ ਕਰਕੇ ਪਿੱਛੇ ਛਾਲਾ ਮਾਰਦਾ ਆ ਰਿਹਾ ਹੈ, ਤਾਂ ਫੇਰ ਕ੍ਰੋਧ ਨਾਲ ਜੰਗ ਵਿੱਚ ਕੁੱਦ ਪਿਆ। ਉਸਨੇ ਬਾਣ ਵਰਖਾ ਕਰਕੇ ਅੱਗੇ ਵੱਧ ਕੇ ਆ ਰਹੇ ਗੁਰੂ ਜੀ ਦੇ ਯੋਧਿਆਂ ਨੂੰ ਮਾਰ ਕੇ ਬੜਾ ਘਮਸਾਨ ਮਚਾ ਦਿੱਤਾ। ਹਰੀ ਚੰਦ ਨੂੰ ਬੜੀ ਬਹਾਦਰੀ ਨਾਲ ਲੜਦਾ ਵੇਖ ਕੇ ਗੁਰੂ ਜੀ ਆਪ ਉਸ ਦੇ ਅੱਗੇ ਹੋਏ। ਹਰੀ ਚੰਦ ਨੇ ਗੁਰੂ ਜੀ ਨੂੰ ਵੇਖ ਕੇ ਉਹਨਾਂ ਨੂੰ ਇੱਕ ਕੱਸ ਕੇ ਬਾਣ ਮਾਰਿਆ, ਜੋ ਗੁਰੂ ਜੀ ਦੇ ਘੋੜੇ ਨੂੰ ਲੱਗਾ, ਪਰ ਘੋੜਾ ਤਕੜਾ ਰਿਹਾ। ਇਹ ਵੇਖ ਕੇ ਹਰੀ ਚੰਦ ਨੇ ਫੇਰ ਕ੍ਰੋਧ ਨਾਲ ਗੁਰੂ ਜੀ ਨੂੰ ਹੋਰ ਬਾਣ ਮਾਰਿਆ। ਹਰੀ ਚੰਦ ਦਾ ਇਹ ਵਾਰ ਵੀ ਗੁਰੂ ਜੀ ਦੇ ਕੰਨ ਨੂੰ ਛੋਹ ਕੇ ਖਾਲੀ ਗਿਆ। ਇਹ ਵੇਖ ਕੇ ਹਰੀ ਬੜਾ ਹੈਰਾਨ ਹੋਇਆ ਕਿ ਉਸ ਦਾ ਤੀਰ ਨਿਸ਼ਾਨੇ ਉੱਤੇ ਗੁਰੂ ਨੂੰ ਲੱਗਦਾ ਕਿਉਂ ਨਹੀਂ। ਉਹ ਇਸ ਤਰ੍ਹਾਂ ਅਨੁਭਵ ਕਰਨ ਲੱਗਾ ਕਿ ਜਿਵੇਂ ਉਹ ਯੁੱਧ ਹੀ ਹਾਰ ਗਿਆ ਹੈ, ਅਤੇ ਫੇਰ ਉਸਨੇ ਗੁੱਸੇ ਵਿੱਚ ਆਪਣਾ ਤੀਜਾ ਬਾਣ ਗੁਰੂ ਜੀ ਦੀ ਛਾਤੀ ਵਿੱਚ ਮਾਰਿਆ, ਜੋ ਗੁਰੂ ਜੀ ਦੀ ਲੱਕ ਦੀ ਪੇਟੀ ਵਿੱਚ ਲੱਗ ਕੇ ਥੋੜਾ ਜਿਹਾ ਪੇਟ ਦੇ ਮਾਸ ਵਿੱਚ ਜਾ ਚੁਭਿਆ। ਗੁਰੂ ਜੀ ਨੇ ਬਾਣ ਨੂੰ ਹੱਥ ਨਾਲ ਖਿੱਚ ਕੇ ਉਸੇ ਵੇਲੇ ਸੁੱਟ ਦਿੱਤਾ। ਗੁਰੂ ਜੀ ਨੇ ਹਰੀ ਚੰਦ ਨੂੰ ਵੰਗਾਰਿਆ ਕਿ ਤੈਨੂੰ ਬਾਣ ਚਲਾਉਣਾ ਹੀ ਨਹੀਂ ਆਉਂਦਾ, 3 ਵਾਰ ਤੂੰ ਕਰ ਲਏ, ਹੁਣ ਸਾਡੀ ਵਾਰੀ ਹੈ, ਤਕੜਾ ਹੋ ਜਾ। ਇਸ ਵੰਗਾਰ ਦੇ ਨਾਲ ਆਪ ਜੀ ਨੇ ਇੱਕ ਤਿੱਖਾ ਤੀਰ ਕੱਢ ਕੇ ਹਰੀ ਚੰਦ ਨੂੰ ਨਿਸ਼ਾਨਾ ਕਰਕੇ ਮਾਰਿਆ, ਜੋ ਉਸ ਦੀ ਛਾਤੀ ਵਿੱਚ ਲੱਗਾ ਤੇ ਨਾਲ ਹੀ ਉਸ ਦੇ ਪ੍ਰਾਣ ਨਿਕਲ ਗਏ। ਹਰੀ ਚੰਦ ਦੇ ਡਿੱਗਣ ਨਾਲ ਹੀ ਪਹਾੜੀਆਂ ਦੇ ਦਲ ਵਿੱਚ ਰੌਲਾ ਪੈ ਗਿਆ ਅਤੇ ਗੁਰੂ ਜੀ ਦੇ ਅਮੋਘ ਬਾਣਾਂ ਤੋਂ ਡਰ ਕੇ ਸਭ ਹਾਰ ਖਾ ਕੇ ਭੱਜ ਗਏ। ਇਸ ਕਰਕੇ ਗੁਰੂ ਜੀ ਦੀ ਜਿੱਤ ਦੇ ਨਗਾਰੇ ਵੱਜਣ ਲੱਗ ਪਏ। ਇਸ ਤਰ੍ਹਾਂ ਜਦ ਰਾਜਾ ਹਰੀ ਚੰਦ ਅਤੇ ਨਿਜ਼ਾਬਤ ਖਾਂ ਆਦਿਕ ਯੋਧੇ ਬਹੁਤ ਸਾਰੀ ਸੈਨਾ ਨਾਲ ਮਾਰੇ ਗਏ, ਤਾਂ ਰਾਜਾ ਫਤਿਹ ਚੰਦ ਤੇ ਉਸ ਦੇ ਸਾਥੀ ਬਚੇ ਖੁਚੇ ਆਦਮੀਆਂ ਨੂੰ ਨਾਲ ਲੈ ਕੇ ਹਾਰ ਮੰਨ ਕੇ ਭੱਜ ਗਏ। ਗੁਰੂ ਜੀ ਨੇ ਆਪਣੇ ਯੋਧਿਆਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਕੇ ਉੱਥੇ ਹੀ ਸੰਸਕਾਰ ਕਰ ਦਿੱਤਾ ਅਤੇ ਸੰਗੋ ਸ਼ਾਹ ਤੇ ਜੀਤ ਮੱਲ ਦੇ ਮ੍ਰਿਤਕ ਸ਼ਰੀਰਾਂ ਨੂੰ ਪੌਂਟੇ ਸਾਹਿਬ ਲਿਜਾ ਕੇ ਸਤਿਕਾਰ ਨਾਲ ਸੰਸਕਾਰ ਕੀਤਾ। ਪਹਾੜੀਏ ਆਪਣੇ ਮੁਰਦਿਆਂ ਦੀਆਂ ਲਾਸ਼ਾਂ ਨੂੰ ਅਤੇ ਫੱਟੜਾਂ ਨੂੰ ਉੱਥੇ ਹੀ ਛੱਡ ਕੇ ਭੱਜ ਗਏ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੰਗਾਣੀ ਦੇ ਯੁੱਧ ਵਿੱਚ ਫਤਿਹ ਪ੍ਰਾਪਤ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।